ਸਤਿ ਸ੍ਰੀ ਅਕਾਲ ਜੀ। ਇਤਿਹਾਸ ਨਾ ਕਈ ਵਾਰ ਅਜਿਹੀਆਂ ਕਹਾਣੀਆਂ ਸਾਹਮਣੇ ਲੈ ਕੇ ਆਉਂਦਾ ਹੈ ਜਿਨ੍ਹਾਂ ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਅੱਜ ਆਪਾਂ ਇੱਕ ਅਜਿਹੇ ਹੀ ਸਫ਼ਰ ਤੇ ਚੱਲਾਂਗੇ। ਹਾਂ, ਇਹ ਜਾਣਕਾਰੀ ਗਗਨ ਅਰੋੜਾ ਵੱਲੋਂ ਹੈ ਤੇ ਜੇ ਗੱਲਬਾਤ ਚੰਗੀ ਲੱਗੇ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਸ਼ਖਸ ਦੀ ਜਿਸ ਦੀ ਜ਼ਿੰਦਗੀ ਇੱਕ ਬਹੁਤ ਵੱਡੀ ਬੁਝਾਰਤ ਹੈ। ਜ਼ਰਾ ਸੋਚੋ, ਇੱਕ ਪਾਸੇ ਇੱਕ ਵਿਸ਼ਾਲ ਸਾਮਰਾਜ ਦਾ ਮੋਢੀ ਤੇ ਦੂਜੇ ਪਾਸੇ ਉਹੀ ਇਨਸਾਨ, ਇੱਕ ਗੁਲਾਮ। ਜੀ ਹਾਂ, ਇਹ ਕਹਾਣੀ ਹੈ ਕੁਤਬ-ਉਦ-ਦੀਨ ਐਬਕ ਦੀ। ਤਾਂ ਸਭ ਤੋਂ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਇੱਕ ਗੁਲਾਮ ਜਿਸ ਨੂੰ ਬਾਜ਼ਾਰਾਂ ਵਿੱਚ ਖਰੀਦਿਆ ਤੇ ਵੇਚਿਆ ਗਿਆ ਹੋਵੇ, ਉਹ ਐਨੇ ਵੱਡੇ ਸਾਮਰਾਜ ਦਾ ਸੁਲਤਾਨ ਕਿਵੇਂ ਬਣ ਸਕਦਾ ਹੈ? ਚਲੋ, ਅੱਜ ਇਸ ਅਦਭੁਤ ਸਫ਼ਰ ਦੇ ਪਿੱਛੇ ਦੇ ਰਾਜ਼ ਖੋਲਦੇ ਹਾਂ। ਤਾਂ ਕਹਾਣੀ ਦਾ ਪਹਿਲਾ ਪੜਾਅ ਇਹੀ ਸ਼ਕਤੀਸ਼ਾਲੀ ਤਬਦੀਲੀ ਹੈ, ਇੱਕ ਗੁਲਾਮ ਤੋਂ ਸੁਲਤਾਨ ਬਣਨ ਤੱਕ ਦਾ ਸਫ਼ਰ। ਸੱਚੀ, ਇਤਿਹਾਸ ਵਿੱਚ ਅਜਿਹੀਆਂ ਮਿਸਾਲਾਂ ਬਹੁਤ ਘੱਟ ਮਿਲਦੀਆਂ ਨੇ। ਦੇਖੋ, ਇਤਿਹਾਸ ਕੁਤਬ-ਉਦ-ਦੀਨ ਐਬਕ ਨੂੰ ਦੋ ਵੱਡੇ ਖਿਤਾਬਾਂ ਨਾਲ ਯਾਦ ਰੱਖਦਾ ਹੈ। ਪਹਿਲਾ, ਦਿੱਲੀ ਸਲਤਨਤ ਦਾ ਸੰਸਥਾਪਕ, ਅਤੇ ਦੂਜਾ, ਜੋ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ, ਗੁਲਾਮ ਵੰਸ਼ ਦਾ ਪਹਿਲਾ ਸ਼ਾਸਕ। ਹੁਣ, ਗੁਲਾਮ ਵੰਸ਼ ਸੁਣ ਕੇ ਥੋੜਾ ਅਜੀਬ ਲੱਗ ਸਕਦਾ ਹੈ ਨਾ? ਇਸ ਨੂੰ ਮਮਲੂਕ ਵੰਸ਼ ਵੀ ਕਿਹਾ ਜਾਂਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਸ ਵੰਸ਼ ਦੇ ਰਾਜੇ, ਉਹ ਅਸਲ ਵਿੱਚ ਗੁਲਾਮ ਸਨ। ਇਹ ਗੱਲ ਉਸ ਸਮੇਂ ਬਾਰੇ ਇੱਕ ਬਹੁਤ ਹੀ ਦਿਲਚਸਪ ਸੱਚਾਈ ਦੱਸਦੀ ਹੈ ਕਿ ਕਾਬਲੀਅਤ ਕਦੇ-ਕਦੇ ਖਾਨਦਾਨ ਤੋਂ ਵੀ ਉੱਪਰ ਹੁੰਦੀ ਸੀ। ਪਰ ਸੁਲਤਾਨ ਬਣਨ ਦਾ ਰਾਹ ਬਹੁਤ ਲੰਬਾ ਸੀ। ਉਸ ਤੋਂ ਪਹਿਲਾਂ ਐਬਕ ਇੱਕ ਵਫ਼ਾਦਾਰ ਸਿਪਾਹੀ ਸੀ। ਉਸ ਦੀ ਤਾਕਤ ਦਾ ਸਫ਼ਰ ਕਿਸੇ ਲਾਲਚ ਨਾਲ ਨਹੀਂ, ਸਗੋਂ ਆਪਣੀ ਕਾਬਲੀਅਤ ਅਤੇ ਭਰੋਸੇ ਦੇ ਦਮ ਤੇ ਸ਼ੁਰੂ ਹੋਇਆ। ਉਸ ਦੀ ਕਹਾਣੀ ਮੱਧ ਏਸ਼ੀਆ ਦੇ ਕਿਸੇ ਗੁਲਾਮ ਬਾਜ਼ਾਰ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਉਹ ਇੱਕ ਤੁਰਕੀ ਗੁਲਾਮ ਸੀ। ਪਰ ਕਹਿੰਦੇ ਨੇ ਨਾ, ਕਿਸਮਤ ਕਦੋਂ ਪਲਟਾ ਖਾ ਜਾਵੇ ਪਤਾ ਨਹੀਂ ਲੱਗਦਾ। ਉਸ ਨੂੰ ਖਰੀਦਿਆ ਉਸ ਵੇਲੇ ਦੇ ਸ਼ਕਤੀਸ਼ਾਲੀ ਸੁਲਤਾਨ ਮੁਹੰਮਦ ਗੌਰੀ ਨੇ। ਬਸ ਇਹੀ ਉਹ ਪਲ ਸੀ ਜਿੱਥੋਂ ਇਤਿਹਾਸ ਨੇ ਇੱਕ ਨਵਾਂ ਮੋੜ ਲੈਣਾ ਸੀ। ਪਰ ਐਬਕ ਸਿਰਫ ਇੱਕ ਆਮ ਗੁਲਾਮ ਬਣ ਕੇ ਨਹੀਂ ਰਿਹਾ। ਉਸਨੇ ਆਪਣੀ ਇੱਕ ਅਲੱਗ ਪਹਿਚਾਨ ਬਣਾਈ। ਆਪਣੀ ਫੌਜੀ ਸਮਝਦਾਰੀ ਅਤੇ ਅਟੁੱਟ ਵਫ਼ਾਦਾਰੀ ਕਰਕੇ ਉਹ ਬਹੁਤ ਜਲਦੀ ਗੌਰੀ ਦਾ ਸਭ ਤੋਂ ਖਾਸ, ਸਭ ਤੋਂ ਭਰੋਸੇਮੰਦ ਸੈਨਾਪਤੀ ਬਣ ਗਿਆ। ਸੋਚੋ, ਗੌਰੀ ਉਸ ਤੇ ਇੰਨਾ ਭਰੋਸਾ ਕਰਦਾ ਸੀ ਕਿ ਉਸਨੇ ਭਾਰਤ ਦੇ ਜਿੱਤੇ ਹੋਏ ਸਾਰੇ ਇਲਾਕਿਆਂ ਦੀ ਕਮਾਨ ਐਬਕ ਦੇ ਹੱਥਾਂ ਵਿੱਚ ਦੇ ਦਿੱਤੀ। ਠੀਕ ਹੈ, ਇੱਕ ਭਰੋਸੇਮੰਦ ਸੈਨਾਪਤੀ ਤਾਂ ਉਹ ਬਣ ਗਿਆ, ਪਰ ਸੁਲਤਾਨ ਕਿਵੇਂ? ਕਹਾਣੀ ਵਿੱਚ ਇੱਕ ਅਜਿਹਾ ਮੋੜ ਆਇਆ ਜਿਸ ਨੇ ਸਭ ਕੁਝ ਹੀ ਬਦਲ ਦਿੱਤਾ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮੋੜ ਕਿਸੇ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ। ਸਾਲ 1206 ਵਿੱਚ ਸਾਰਾ ਖੇਡ ਬਦਲ ਗਿਆ। ਮੁਹੰਮਦ ਗੌਰੀ ਦੀ ਅਚਾਨਕ ਮੌਤ ਹੋ ਗਈ ਤੇ ਪਿੱਛੇ ਕੋਈ ਵਾਰਿਸ ਨਹੀਂ ਸੀ। ਹੁਣ ਇਸ ਖਾਲੀ ਥਾਂ ਨੂੰ ਭਰਨ ਲਈ ਕੌਣ ਅੱਗੇ ਆਉਂਦਾ? ਐਬਕ ਨੇ ਭਾਰਤੀ ਇਲਾਕਿਆਂ ਦੀ ਵਾਗਡੋਰ ਸੰਭਾਲ ਲਈ, ਪਰ ਉਸ ਦਾ ਰਾਜ ਬਹੁਤ ਛੋਟਾ ਰਿਹਾ, ਸਿਰਫ 4 ਸਾਲ। 1210 ਵਿੱਚ ਲਾਹੌਰ ਵਿਖੇ ਉਸ ਦੀ ਕਹਾਣੀ ਖਤਮ ਹੋ ਗਈ। ਇੱਥੇ ਇੱਕ ਬਹੁਤ ਦਿਲਚਸਪ ਗੱਲ ਹੈ। ਐਬਕ ਨੇ ਨਵੇਂ ਇਲਾਕੇ ਜਿੱਤਣ ਤੇ ਬਹੁਤਾ ਧਿਆਨ ਹੀ ਨਹੀਂ ਦਿੱਤਾ। ਉਸ ਦਾ ਸਾਰਾ ਜ਼ੋਰ ਉਸ ਨੀਂਹ ਨੂੰ ਪੱਕਾ ਕਰਨ ਤੇ ਸੀ ਜੋ ਗੌਰੀ ਨੇ ਰੱਖੀ ਸੀ। ਮਤਲਬ, ਉੱਤਰੀ ਭਾਰਤ ਵਿੱਚ ਤੁਰਕੀ ਸ਼ਾਸਨ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਉਸ ਦਾ ਮੁੱਖ ਮਕਸਦ ਸੀ। ਭਾਵੇਂ ਉਸ ਦਾ ਰਾਜ ਥੋੜੇ ਸਮੇਂ ਦਾ ਸੀ, ਪਰ ਉਸ ਦੀ ਵਿਰਾਸਤ ਅੱਜ ਵੀ ਸਾਡੇ ਸਾਹਮਣੇ ਖੜੀ ਹੈ, ਕੁਝ ਪੱਥਰਾਂ ਦੀਆਂ ਇਮਾਰਤਾਂ ਵਿੱਚ ਅਤੇ ਕੁਝ ਉਸ ਦੇ ਨਾਮ ਨਾਲ ਜੁੜੀਆਂ ਕਹਾਣੀਆਂ ਵਿੱਚ। ਸਿਰਫ 4 ਸਾਲ, ਜ਼ਰਾ ਸੋਚ ਕੇ ਦੇਖੋ। ਇੰਨੇ ਥੋੜੇ ਸਮੇਂ ਵਿੱਚ ਉਸਨੇ ਇੱਕ ਅਜਿਹੀ ਛਾਪ ਛੱਡੀ ਜੋ ਸਦੀਆਂ ਬੀਤਣ ਤੋਂ ਬਾਅਦ ਵੀ ਮਿਟ ਨਹੀਂ ਸਕੀ। ਉਸ ਦੀ ਵਿਰਾਸਤ ਦਾ ਸਭ ਤੋਂ ਵੱਡਾ ਤੇ ਜਿਉਂਦਾ ਜਾਗਦਾ ਸਬੂਤ ਦਿੱਲੀ ਵਿੱਚ ਹੈ। ਉਸਨੇ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਮਸਜਿਦਾਂ ਵਿੱਚੋਂ ਇੱਕ ਕੁਵਤ-ਉਲ-ਇਸਲਾਮ ਮਸਜਿਦ ਬਣਵਾਈ। ਤੇ ਹਾਂ, ਦਿੱਲੀ ਦੀ ਸ਼ਾਨ ਕੁਤੁਬ ਮੀਨਾਰ, ਉਸ ਦੀ ਉਸਾਰੀ ਵੀ ਐਬਕ ਨੇ ਹੀ ਸ਼ੁਰੂ ਕਰਵਾਈ ਸੀ, ਭਾਵੇਂ ਇਸ ਨੂੰ ਪੂਰਾ ਉਸ ਦੇ ਜਾਨਸ਼ੀਨ ਇਲਤੁਤਮਿਸ਼ ਨੇ ਕੀਤਾ। ਪਰ ਉਸ ਦੀ ਪਹਿਚਾਨ ਸਿਰਫ ਇਮਾਰਤਾਂ ਕਰਕੇ ਨਹੀਂ ਸੀ। ਲੋਕ ਉਸ ਨੂੰ ਇੱਕ ਹੋਰ ਬਹੁਤ ਖਾਸ ਨਾਮ ਨਾਲ ਯਾਦ ਕਰਦੇ ਸਨ, ਇੱਕ ਅਜਿਹਾ ਨਾਮ ਜੋ ਉਸ ਦੇ ਕਿਰਦਾਰ ਬਾਰੇ ਬਹੁਤ ਕੁਝ ਦੱਸਦਾ ਹੈ, ਲੱਖ ਬਖਸ਼। ਇਹ ਸਿਰਫ ਕੋਈ ਖਿਤਾਬ ਨਹੀਂ ਸੀ, ਇਹ ਉਸ ਦੀ ਪਹਿਚਾਨ ਸੀ, ਲੱਖਾਂ ਦਾ ਦਾਤਾ। ਉਸ ਨੂੰ ਇਹ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੀ ਦਰਿਆਦਿਲੀ ਅਤੇ ਦਾਨ-ਪੁੰਨ ਲਈ ਬਹੁਤ ਮਸ਼ਹੂਰ ਸੀ। ਇਹ ਗੱਲ ਸਾਨੂੰ ਉਸ ਦੇ ਇੱਕ ਸ਼ਾਸਕ ਹੋਣ ਦੇ ਨਾਲ-ਨਾਲ ਇੱਕ ਇਨਸਾਨ ਹੋਣ ਬਾਰੇ ਵੀ ਦੱਸਦੀ ਹੈ। ਪਰ ਜਿਵੇਂ ਹਰ ਕਹਾਣੀ ਦਾ ਇੱਕ ਅੰਤ ਹੁੰਦਾ ਹੈ, ਉਸੇ ਤਰ੍ਹਾਂ ਐਬਕ ਦੀ ਕਹਾਣੀ ਦਾ ਵੀ ਹੋਇਆ। ਤੇ ਉਸ ਦਾ ਅੰਤ ਵੀ ਓਨਾ ਹੀ ਅਚਾਨਕ ਸੀ ਜਿੰਨਾ ਉਸ ਦਾ ਸਿਖਰ ਤੇ ਪਹੁੰਚਣਾ ਹੈਰਾਨੀ ਭਰਿਆ ਸੀ। ਜਿਸ ਇਨਸਾਨ ਨੇ ਇੱਕ ਪੂਰੀ ਸਲਤਨਤ ਦੀ ਨੀਂਹ ਰੱਖ ਦਿੱਤੀ, ਉਸ ਦਾ ਅੰਤ ਕਿਵੇਂ ਹੋਇਆ ਹੋਵੇਗਾ? ਜਵਾਬ ਹੈਰਾਨ ਕਰ ਦੇਣ ਵਾਲਾ ਹੈ।
ਉਸ ਦਾ ਅੰਤ ਕਿਸੇ ਜੰਗ ਦੇ ਮੈਦਾਨ ਵਿੱਚ ਤਲਵਾਰਾਂ ਦੀ ਛਾਂ ਹੇਠ ਨਹੀਂ ਹੋਇਆ, ਜਿਵੇਂ ਕਿ ਆਮ ਤੌਰ ਤੇ ਸੋਚਿਆ ਜਾਂਦਾ ਹੈ, ਸਗੋਂ ਇੱਕ ਖੇਡ ਖੇਲਤੇ ਹੋਏ ਇੱਕ ਹਾਦਸੇ ਵਿੱਚ ਹੋਇਆ। ਸਾਲ 1210 ਸ਼ਹਿਰ ਲਾਹੌਰ ਕੁਤਬ-ਉਦ-ਦੀਨ ਐਬਕ ਚੌਗਾਨ ਖੇਡ ਰਿਹਾ ਸੀ, ਜੋ ਅੱਜਕੱਲ ਦੀ ਪੋਲੋ ਵਰਗੀ ਖੇਡ ਹੈ। ਖੇਡਦੇ ਉਹ ਆਪਣੇ ਘੋੜੇ ਤੋਂ ਡਿੱਗ ਪਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ। ਇੱਕ ਸਲਤਨਤ ਦੇ ਮੋਢੇ ਲਈ ਇੱਕ ਬਹੁਤ ਹੀ ਅਜੀਬ ਅਤੇ ਅਚਾਨਕ ਅੰਤ। ਤੇ ਇੱਥੇ ਆਂਦੀ ਹੈ ਉਸ ਦੀ ਵਿਰਾਸਤ ਦੀ ਸਭ ਤੋਂ ਵੱਡੀ ਬਹਿਸ। ਦੇਖੋ, ਐਬਕ ਨੇ ਨੀਂਹ ਤਾਂ ਰੱਖ ਦਿੱਤੀ, ਪਰ ਬਹੁਤ ਸਾਰੇ ਇਤਿਹਾਸਕਾਰ ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਉਸ ਦੇ ਜਾਨਸ਼ੀਨ ਇਲਤੁਤਮਿਸ਼ ਨੂੰ ਮੰਨਦੇ ਹਨ। ਕਿਉਂ? ਕਿਉਂਕਿ ਇਲਤੁਤਮਿਸ਼ ਨੇ ਉਸ ਢਾਂਚੇ ਨੂੰ ਮਜ਼ਬੂਤ ਕੀਤਾ ਅਤੇ ਉਸ ਨੂੰ ਪੂਰਾ ਕੀਤਾ ਜਿਸ ਦੀ ਸ਼ੁਰੂਆਤ ਸਿਰਫ ਐਬਕ ਨੇ ਕੀਤੀ ਸੀ। ਅਤੇ ਇਹੀ ਉਹ ਸਵਾਲ ਹੈ ਜੋ ਕੁਤਬੁੱਦੀਨ ਐਬਕ ਦੀ ਕਹਾਣੀ ਨੂੰ ਹਮੇਸ਼ਾ ਲਈ ਦਿਲਚਸਪ ਬਣਾ ਦਿੰਦਾ ਹੈ। ਜੇ ਇੱਕ ਬੰਦਾ ਨੀਂਹ ਪੱਟੇ ਅਤੇ ਦੂਜਾ ਆ ਕੇ ਉਸ ਤੇ ਪੂਰਾ ਮਹਿਲ ਖੜਾ ਕਰ ਦੇਵੇ, ਤਾਂ ਇਤਿਹਾਸ ਅਸਲੀ ਮੋਢੀ ਕਿਸ ਨੂੰ ਮੰਨੇਗਾ? ਇਹ ਸਵਾਲ ਸ਼ਾਇਦ ਇਤਿਹਾਸ ਦੇ ਉਹਨਾਂ ਸਵਾਲਾਂ ਵਿੱਚੋਂ ਇੱਕ ਹੈ ਜਿਸ ਦਾ ਕੋਈ ਇੱਕ ਜਵਾਬ